ਗੱਲ ਇਹ ਹੈ ਕਿ ਪਹਿਲਾਂ ਤਾਂ ਅੱਜ ਜਾਖੜ ਸਾਹਿਬ ਪੰਜਾਬ ਬੀਜੇਪੀ ਦੇ ਪ੍ਰਧਾਨ ਬਣੇ ਆ। ਮੇਰੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ। ਕੈਪਟਨ ਸਾਹਿਬ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈਗੀ ਆ। ਤੇ ਮੈਂ ਇਦੋਂ ਅੱਗੇ ਬੋਲਾਂ ਕਿਉਂਕਿ ਬੀਜੇਪੀ ਦੇ ਪ੍ਰਵਕਤਾ ਇੱਥੇ ਬੈਠੇ ਨੇ, ਮੁੱਖ ਪ੍ਰਵਕਤਾ ਸਾਡੇ ਵੱਡੇ ਭਰਾ ਅਨਿਲ ਸਰੀਨ ਜੀ। ਉਹ ਕਈ ਚੀਜ਼ਾਂ ਨੂੰ ਲੈ ਕੇ, ਕਿਉਂਕਿ ਬੀਜੇਪੀ ਦੇ ਅਧਿਕਾਰਿਕ ਤੌਰ ਤੇ ਉਹਨਾਂ ਨੇ ਗੱਲ ਰੱਖਣੀ ਆ, ਕੌਣ ਪਿੱਛੇ ਕੌਣ ਅੱਗੇ। ਇਹ ਜ਼ਰੂਰ ਹੈ ਕਿ ਜਾਖੜ ਸਾਹਿਬ ਦੀ ਤੇ ਕੈਪਟਨ ਸਾਹਿਬ ਦੀ ਦੋਸਤੀ ਬਹੁਤ ਚੰਗੀ ਰਹੀ ਹੈ, ਬਹੁਤ ਚੰਗੀ ਟ੍ਰੇਡਿੰਗ ਰਹੀ ਹੈ। ਤੇ ਜਦੋਂ ਸਰਕਾਰ ਸੀਗੀ ਤਾਂ ਇਹਨਾਂ ਦੋਹਾਂ ਨੇ ਮਿਲ ਕੇ ਕਈ ਇਲੈਕਸ਼ਨਾਂ ਵੀ ਦਿੱਤੀਆਂ। ਹੁਣ ਇਹ ਬੀਜੇਪੀ ਦਾ ਪਾਰਟ ਨੇ, ਬੀਜੇਪੀ ਦੀ ਟੀਮ ਇਹਨਾਂ ਦੇ ਨਾਲ ਹੈ। ਬੀਜੇਪੀ ਦੇ ਨਾਲ ਰਲ ਕੇ ਆਸ ਤੇ ਉਮੀਦ ਰੱਖਦੇ ਹਾਂ ਕਿ ਸਟਰੋਂਗਲੀ ਬੀਜੇਪੀ ਜਿਹੜੀ ਅੱਗੇ ਇਲੈਕਸ਼ਨਾਂ ਆ ਰਹੀਆਂ ਨੇ, ਚਾਹੇ ਉਹ ਆਪਣੀਆਂ ਜ਼ਿਲ੍ਹਾ ਪ੍ਰੀਸ਼ਦ ਹੋਣ, ਮਿਊਨਿਸਪੈਲਿਟੀ ਦੀਆਂ ਹੋਣ ਤੇ ਬਾਕੀ ਸਰਪੰਚੀ ਦੀਆਂ ਹੋਣ, ਕੋਈ ਪਿੰਡ ਪੱਧਰ ਤੇ ਬੀਜੇਪੀ ਨੇ ਪਹੁੰਚ ਕਰਨੀ ਸ਼ੁਰੂ ਕੀਤੀ ਹੈ ਤੇ ਉਸ ਦੇ ਵਿੱਚ ਰਿਜ਼ਲਟ ਦੇਣਗੇ। ਤੇ 2024 ਦੀ ਜਿਹੜੀ ਤਿਆਰੀ ਚੱਲਦੀ ਪਈ ਹੈ ਉਸ ਦੇ ਵਿੱਚ ਰਿਜ਼ਲਟ ਆਉਣ ਦੇ ਲਈ ਮੇ ਵੀ ਇਹ ਬਦਲਾਵ ਹੋਏ ਹੋਣ। ਜੋ ਕੀਤੇ ਆ ਸੈਂਟਰਲ ਬੀਜੇਪੀ ਨੇ, ਉਹ ਜ਼ਿਆਦਾ ਸਿਆਣੇ ਨੇ, ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ। ਤੇ ਅੱਜ ਤਾਂ ਉਹਨਾਂ ਲਈ ਚੰਗਾ ਦਿਨ ਹੈ ਜਾਖੜ ਸਾਹਿਬ ਨਾਲ, ਕਿਉਂਕਿ ਮੈਂ ਵੀ ਉਹਨਾਂ ਨਾਲ ਲੰਮਾ ਸਮਾਂ ਕੰਮ ਕੀਤਾ ਹੈ। ਕਿਉਂਕਿ ਜਦੋਂ ਉਹ ਸਾਡੇ ਪ੍ਰਧਾਨ ਹੁੰਦੇ ਸੀ ਤੇ ਅਸੀਂ ਉਹਨਾਂ ਨਾਲ ਸੀਗੇ। ਤੇ ਇੱਕ ਵਧੀਆ ਸ਼ਖਸ ਨੇ। ਮੈਨੂੰ ਉਮੀਦ ਹੈ ਸਰੀਨ ਸਾਹਿਬ ਤੇ ਬਾਕੀ ਟੀਮ ਉਹਨਾਂ ਨਾਲ ਰਲ ਕੇ ਚੰਗਾ ਕੰਮ ਕਰੂਗੀ, ਕਿਉਂਕਿ ਹੀ ਇਜ਼ ਅ ਵੈਰੀ ਨਾਈਸ ਮੈਨ। ਗਰਾਊਂਡ ਨਾਲ ਜੁੜੇ ਹੋਏ ਨੇ, ਲੋਕਾਂ ਦੇ ਮੁੱਦਿਆਂ ਨੂੰ ਭਲੀ ਭਾਂਤੀ ਜਾਣਦੇ ਨੇ, ਆਪਣੇ MLA ਰਹੇ ਨੇ, CLP ਰਹੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ, ਪਾਰਟੀ ਦੇ ਪ੍ਰਧਾਨ ਨੇ, ਸਾਰੀਆਂ ਚੀਜ਼ਾਂ 'ਚ ਹੋ ਕੇ ਆ ਗਏ। ਤੇ ਜਿਵੇਂ ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੇਰਾ ਉੱਤਰਾਧਿਕਾਰੀ ਸੁਨੀਲ ਜਾਖੜ ਸੁਨੀਲ ਜਾਖੜ ਹੈ। ਤੇ ਆਸ ਉਮੀਦ ਕਰਦੇ ਹਾਂ ਜੇ ਪੰਜਾਬ ਦੀ ਵਾਗਡੋਰ, ਜਿਵੇਂ ਉਸ ਵੇਲੇ ਕਾਂਗਰਸ ਨੇ ਉਹਨਾਂ ਨੂੰ ਵੀ ਜਲੀਲ ਕੀਤਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ, ਜੋ ਜਲਾਲਤ ਲੈ ਕੇ ਉਹ ਪਾਰਟੀ ਨੂੰ ਛੱਡ ਕੇ ਗਏ ਨੇ, ਉਸ ਹਿਸਾਬ ਨਾਲ ਤਾਂ ਰੱਬ ਮਿਹਰ ਕਰੇ ਉਹਨਾਂ ਤੇ ਬੀਜੇਪੀ ਜਿਹੜੀ ਆਪਦੀ ਇੱਕ ਇੱਛਾ ਰੱਖਦੀ ਆ ਪੰਜਾਬ ਦੇ ਵਿੱਚ ਆਪਦੇ ਦਮ ਤੇ ਸਰਕਾਰ ਬਣਾਉਣ ਦੀ, ਉਹ ਇੱਛਾ ਪੂਰੀ ਕਰਨ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਸਾਰਥਕ ਹੋਣਗੇ ਜੀ। ਮੈਂ ਸਰੀਨ ਸਾਹਿਬ ਦਾ ਰੁਖ ਕਰਦਾ। ਸਰੀਨ ਸਾਹਿਬ, ਇਸ ਚਰਚਾ ਦੇ ਵਿੱਚ ਇੱਕ ਜ਼ਿਕਰ ਹੋਇਆ, ਪ੍ਰੋਫੈਸਰ ਗੁਰਮੀਤ ਜੀ ਸਾਡੇ ਨਾਲ ਨੇ, ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਜਿਹੜੇ ਟਕਸਾਲੀ ਬੀਜੇਪੀ ਵਾਲੇ ਆ ਉਹਨਾਂ ਦੇ ਲਈ ਹਜ਼ਮ ਕਰਨਾ ਕੀ ਆਸਾਨ ਹੋਏਗਾ। ਹੋ ਸਕਦਾ ਕਿ ਬਹੁਤ ਸਾਰੇ ਲੀਡਰ ਇਸ ਸਮੇਂ ਤੁਹਾਨੂੰ ਬੈਠ ਕੇ ਸੁਣ ਰਹੇ ਹੋਣ ਜਿਹੜੇ ਪੁਰਾਣੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਉਹ ਕਿਸਾਨ ਅੰਦੋਲਨ ਵਾਲਾ 2-2.5 ਸਾਲ ਪਹਿਲਾਂ ਪੂਰਾ ਮਾਹੌਲ ਦੇਖਿਆ ਹੈ। ਉਹ ਇਹ ਵੀ ਸੋਚ ਰਹੇ ਹੋਣੇ ਆ ਕਿ ਚਾਹੇ ਸਰੀਨ ਸਾਹਿਬ ਨੂੰ ਪ੍ਰਧਾਨ ਬਣਾ ਦਿੰਦੇ, ਸਰੀਨ ਸਾਹਿਬ ਜਾਂ ਫਿਰ ਹੋਰ ਜਿਹੜੇ ਬੀਜੇਪੀ ਦੇ ਲੀਡਰ ਹੈਗੇ ਨੇ ਜਿਹੜੇ ਪੁਰਾਣੇ ਜੁੜੇ ਹੋਏ ਨੇ, ਕਿਉਂਕਿ ਬਦਲਾਅ ਤਾਂ ਹੋਣਾ ਸੀ, ਪਰ ਬਾਹਰੋਂ ਆਏ ਕਿਸੇ ਸ਼ਖਸ ਨੂੰ ਇੰਨੀ ਜਲਦੀ ਕਮਾਨ ਕਿਉਂ ਸੌਂਪ ਦਿੱਤੀ ਗਈ? ਦੇਖੋ, ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈਗਾ। ਮੈਂ ਪਹਿਲਾਂ ਦੱਸਿਆ ਕਿ ਚਾਹੇ ਜਦੋਂ ਇੱਕ ਘਰ ਦੇ ਵਿੱਚ ਇੱਕ ਮੈਂਬਰ ਜੁਆਇਨ ਕਰ ਜਾਂਦਾ ਫਿਰ ਉਹ ਨਵਾਂ ਪੁਰਾਣਾ ਨਹੀਂ ਰਹਿੰਦਾ। ਮੈਂਬਰ ਆਫ ਦਾ ਫੈਮਿਲੀ ਇਜ਼ ਅ ਮੈਂਬਰ ਆਫ ਦਾ ਫੈਮਿਲੀ। ਉਹ ਫਿਰ ਨਵੇਂ ਪੁਰਾਣੇ ਦਾ ਜੇ ਇਹ ਵਿਤਕਰੇ ਲੈ ਕੇ ਚੱਲੋਗੇ ਤੇ ਫਿਰ ਪਾਰਟੀਆਂ ਨਹੀਂ ਚੱਲਦੀਆਂ ਹੈਗੀਆਂ। ਇਹ ਗੱਲ ਤਾਂ ਸਾਨੂੰ ਸਮਝਣੀ ਪਏਗੀ। ਸੋ ਇੱਥੇ ਭਾਰਤੀ ਜਨਤਾ ਪਾਰਟੀ 'ਚ ਨਵਾਂ ਪੁਰਾਣਾ ਐਸਾ ਕੁਛ ਨਹੀਂ ਹੈ। ਜੋ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣ ਗਿਆ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ, ਔਰ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਦੇ ਵਿੱਚ ਹੀ ਕੰਮ ਕਰਦੇ ਹਾਂ। ਅਲੱਗ-ਅਲੱਗ ਜ਼ਿੰਮੇਵਾਰੀਆਂ ਮਿਲਦੀਆਂ ਰਹਿੰਦੀਆਂ ਨੇ ਔਰ ਬਦਲਾਅ ਵੀ ਆਉਂਦੇ ਰਹਿੰਦੇ ਨੇ। ਸੁਭਾਵਿਕ ਹੈ ਸਾਡੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸੰਗਠਨ ਦੀ ਪੱਧਤੀ ਹੈ, ਕੋਈ ਬਦਲਾਅ ਵੀ ਆਉਂਦੇ ਰਹਿੰਦੇ ਨੇ ਔਰ 3 ਸਾਲ ਬਾਅਦ ਅਧਿਕਸ਼ ਨੇ ਬਦਲਣਾ ਹੀ ਹੁੰਦਾ। ਤੇ ਉਸ ਦੇ ਕਰਕੇ ਜਿਹੜਾ ਹੈਗਾ, ਮੈਂ ਨਹੀਂ ਸਮਝਦਾ ਕਿ ਕਿਸ ਤਰ੍ਹਾਂ ਦੀ ਕੋਈ ਹੈਗੀ ਹੈ। ਇੱਕ ਅੱਧੀ ਘਟਨਾ ਜਿਵੇਂ ਤੁਸੀਂ ਦੱਸਿਆ ਹੈਗਾ, ਉਹ ਕਿਉਂਕਿ ਲੋਕਲ ਇਸ਼ੂਜ਼ ਕਰਕੇ ਕਿਸੇ ਵੇਲੇ ਥੋੜਾ ਬਹੁਤਾ ਹੋ ਸਕਦੀ ਹੈ, ਲੇਕਿਨ ਬਾਏ ਐਂਡ ਲਾਰਜ ਕੀ ਓਵਰਵੈਲਮਿੰਗ ਪੂਰੇ ਬੀਜੇਪੀ ਜਿਹੜੀ ਹੈਗੀ ਹੈ ਸੁਨੀਲ ਜਾਖੜ ਜੀ ਦੇ ਨਾਲ ਖੜੀ ਹੈ। ਉਹ ਸਾਡੇ ਅਧਿਕਸ਼ ਨੇ, ਉਹ ਕਮਾਂਡ ਕਰਨਗੇ, ਲੀਡ ਕਰਨਗੇ। ਅਸੀਂ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਪਾਰਟੀ ਨੂੰ ਅੱਗੇ ਵਧਾਉਣ ਵਾਸਤੇ 23 ਤੋਂ 117 ਔਰ 3 ਤੋਂ 13 ਔਰ ਉਹਦੇ ਬਾਅਦ ਇਲਾਵਾ ਮਿਊਨਿਸਪੈਲਿਟੀਜ਼, ਮਿਊਨਿਸਪਲ ਕਾਰਪੋਰੇਸ਼ਨਸ ਔਰ ਪੰਚਾਇਤ ਦੇ ਚੁਣਾਵ ਜਿਹੜੇ ਹੈਗੇ ਨੇ, ਅਸੀਂ ਲੜਨ ਵਾਸਤੇ ਬਿਲਕੁਲ ਤਿਆਰ ਹਾਂ ਔਰ ਲੜਾਂਗੇ और पार्टी विजयी बनाने वास्ते काम। जी जी, मैं एक प्रोफेसर गुरमीत जी, जो आप भी जिक्र कर रहे थे, लेकिन मैं एक और चीज आपसे समझनी चाहूंगा कि क्या ये पंजाब बीजेपी में हाईकमान के पास कोई ऑप्शन नहीं था, ये भी समझा जाए कि इसलिए जाखड़ को कमान सौंपनी पड़ी? देखिए, पंजाब में भारतीय जनता पार्टी अपने दम पे कभी सत्ता में तो रही नहीं, तो उनका कोई मुख्यमंत्री तो रहा नहीं, कभी भी मंत्री जरूर रहे अकाली दल के साथ जी। तो जाहिर सी बात है कि वो स्ट्रेचर पंजाब बीजेपी में जो नेता थे, कुछ लोग केंद्र में मंत्री भी हैं, पहले भी रहे, अभी भी हैं, लेकिन वो उस तरह का स्ट्रेचर नहीं बन पाया और हमेशा एक सेकंड पार्टनर रहे अकाली दल के बाद। और उसके बाद पिछले चुनाव में भी आप देखते हो कि ऐसी सफलता मिली नहीं। इवन कि जब मोदी जी की लहर चल रही थी तब भी आपको याद होगा कि अरुण जेटली भी अमृतसर से चुनाव हार गए थे 2014 और कैप्टन अमरिंदर सिंह।
तो और हालांकि बाद में वो वित्त मंत्री बने वहां पर, लेकिन चुनाव वो हार गए। तो पंजाब में भारतीय जनता पार्टी उस समय भी कामयाब नहीं हो पाई, जबकि वो अन्य कई प्रदेशों में, इवन की नॉर्थ ईस्ट में, इवन की कुछ साउथ की स्टेट्स में, एक दो को छोड़ के उन्होंने सफलता प्राप्त की। क्यों नहीं की? क्योंकि बहुत सारे लोगों को लगा कि वो कभी फ्रंट पे आए ही नहीं। पिछली चुनाव में भी, जो विधानसभा चुनाव हुआ था, उसमें भी अगर आप देखोगे तो अमरिंदर सिंह तो अलग हो चुके थे, उनका टाई अप भी हो चुका था, हालांकि एक अलग पार्टी थी, लेकिन उनका जो परफॉर्मेंस था वो बहुत ही डिसमल था, बहुत ही, जिसे कहते हैं, जमानत तक नहीं बच रही थी जी, कोई सीट भी नहीं आई उनकी पार्टी। तो अब इसी तरह सुनील जाखड़ जो है, जाहिर सी बात है कि वो मुख्यमंत्री, ऐसा चर्चा थी कि बनते बनते रह गए, उनके पक्ष में लोग थे, और अंबिका सोनी ने कह दिया कि हिंदू सिख चेहरा ही होना चाहिए, और ये सारी बातें हैं। लेकिन पंजाब में ये तो पूछने की बात ही नहीं। अगर पंजाब बीजेपी के पास कोई स्टॉलवर्ट ऐसा नेता होता तो जाहिर सी बात है कि उन्हें बाहर से इतने सारे लोगों को लाने की तो जरूरत नहीं थी, तो वो लाए हैं। कई और स्टेट्स में भी ऐसा किया है उन्होंने। ठीक है, हाँ, बिल्कुल आज जो अनाउंस भी किए गए हैं उनमें भी कुछ थोड़े सरप्राइजिंग नाम तो जरूर थे, अलग अलग जो स्टेट्स के किए गए, इनफैक्ट तेलंगाना का भी। मैं एक और चीज छोटी सी जानना चाहता हूं, मैं पीर मोहम्मद जी का रुख करूंगा। प्रोफेसर गुरमीत, आप अकाली दल के अलायंस को लेकर बहुत सारी चर्चाएं हैं। अब वो चर्चा, अलायंस दोबारा हो पाता है या नहीं हो पाता, एक अलग इशू है, लेकिन क्या जाखड़ को कमान सौंपना उस अलायंस को लेकर किसी रणनीति का कोई हिस्सा नजर आता है आपको? नहीं, देखिए, पहली बात तो जो अकाली दल के प्रवक्ता थे, हालांकि अच्छी बात है, आदमी को संभल के ही बात करनी चाहिए, लेकिन उन्होंने बड़ा, आमतौर पर प्रवक्ता बोल देते हैं कि नहीं नहीं जी कोई ऐसी बात नहीं है, लेकिन उन्होंने डिनाई नहीं किया अभी, वो ये। दूसरी बात, अगर हम बीजेपी के एंगल से देखें तो जाहिर सी बात है कि क्योंकि जब सीटों का तालमेल होगा तो इतने बड़े बड़े नेता सो कॉल्ड, जिनका नाम बड़ा बड़ा है, वैसे तो देखिए चुनाव में जो जीता वही बड़ा होता है, ये सब तो हार गए, अमरिंदर सिंह खुद हार गए, लेकिन फिर भी नो डाउट इतने साल मुख्यमंत्री रहे। जाखड़ साहब, आपको पता है, गुरदासपुर से एमपी भी रहे जी, वहां तो सारे स्टार एमपी थे, उनसे पहले विनोद खन्ना थे, बाद में सनी देओल थे, बीच में जाखड़ साहब थे। तो वो पंजाब में बीजेपी अगर अब अकाली दल से अलायंस करेगी भी तो वो पहले वाला तो रहेगा नहीं सीटों का तालमेल, बिल्कुल, तो उसमें अब तो वो बराबरी का या इवन ज्यादा हक मांग सकते हैं। तो मुझे, अगर आप मेरे से पूछेंगे तो मुझे लगता है कि पंजाब में जाखड़ साहब को लाने का मकसद ये है कि बीजेपी अभी पहले ये एक्सप्लोर करना चाहती है या देखना चाहती है कि कितना उसे रिस्पॉन्स मिलता है। हर रोज राजनीति में आकलन होते हैं, और बीजेपी तो अब बहुत तेज है इसमें, पता नहीं कितनी एजेंसियां लगी रहती हैं, बीजेपी के अपने नेताओं को नहीं पता होता कि कौन सी एजेंसी उनके आकलन कर रही है कई बार। तो इतनी इंडिपेंडेंट चैनल है, उनसे वो देखेंगे, जैसे कहते हैं ना, टेस्टिंग द वाटर, वो देखेंगे, लोकसभा में देखेंगे, उसके बाद वो आगे फैसला करेंगे कि उनके अकेले की बस की बात है या नहीं है। जाहिर सी बात है, अगर उन्हें ये लगेगा कि नहीं है, हमें लोकसभा चुनाव, पहली प्रायोरिटी तो 2024 है कि मोदी जी की हैट्रिक हो पाए, सबका टारगेट भारतीय जनता पार्टी या उनके शुभचिंतकों का वही है। तो अब 2024 में बहुत सारी चीजें अभी डिपेंड कर, अभी तो और नेता आप जानते हैं, अश्विनी कुमार तो आ ही चुके हैं शायद, और मनीष तिवारी की भी बीच बीच में चर्चा चलती रहती है। तो अब लोकसभा चुनाव में कितने लोग ऐसे होंगे जो लड़ेंगे, ये सारी चीजें पे डिपेंड करेगा। अगर भारतीय जनता पार्टी को ये लगता है, सीधी सी बात है, कि हमें सारी सीटों पे लड़के फायदा है, तो वो अकाली दल से समझौता नहीं करेंगे। उनको कोई ये नहीं है कि जी बादल साहब से बहुत प्रेम है या सम्मान है, ऐसे तो राजनीति चलती नहीं, वो अपनी जगह है। बादल साहब के उसमें सब लोग आए थे, आप जानते हैं, शीर्ष के नेता मोदी जी भी आए थे, वो अपनी जगह है। राजनीति में भारतीय जनता पार्टी अपना तोलेगी। आजकल तो जैसे मैंने बताया, एजेंसीज हैं, वो बताएंगी कि हाँ इसमें फायदा है। अगर उन्हें लगेगा कि हम अकेले लड़के कुछ कमाल कर सकते हैं और जाखड़ जी का कोई माहौल बनाने में अगले एक आध महीने में वो कामयाब हो पाते हैं, क्योंकि लगभग 10 महीने रह गए, तो फिर वो अलायंस नहीं होगा। और अगर उन्हें लगेगा कि ऐसा नहीं हो सकता तो फिर हो सकता है, लेकिन मुझे लगता है बीजेपी की पहली कोशिश यही है कि वो सभी सीटों पे अपना बिल्कुल, मतलब 24 पर पूरा फोकस होगा इस समय की, 24 को किस तरह से हैंडल करना है या 24 में किस तरह से जीतना, उसके ऊपर फोकस होगा। पीर मोहम्मद साहब, ਤੁਸੀਂ डिनाई नहीं कर रहे, देखो गल दर्शकों ने भी फड़ी होगी ही, ਜਿਹੜੀ ਅਲਾਈਅੰਸ ਨੂੰ ਲੈ ਕੇ मैं बार-बार सवाल कर रहा ਸੀ, ਤੁਸੀਂ अलग-अलग मुद्दों का जिक्र कर रहे हो। देखो गल है शुक्ला साहब, मेन गल ना ਤੁਸੀਂ देखो पार्टी की ਜਿਹੜੀ ਆਈਡੀਓਲੋਜੀ है वो की ਕਹਿੰਦੀ है, ਉਹਦੇ ਵਿੱਚ ਸਾਡੇ ਕੋਲ ਜਿੱਥੇ ਵੋਟਰ ਆਮ ਪਾਰਟੀਆਂ ਵੋਟਰ ਵੱਲ ਦੇਖਦੀਆਂ, ਅਸੀਂ ਨਾਲ ਆਪਣੀ ਕੌਮ ਨੂੰ ਵੀ ਦੇਖ ਰਹੇ ਹਾਂ। ਆਪਣੀ ਕੌਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ, ਔਰ ਜਿਵੇਂ ਬੀਜੇਪੀ ਹੈ, ਹੁਣ ਦੇਖੋ ਬੀਜੇਪੀ ਪੂਰੇ ਦੇਸ਼ ਦੇ ਵਿੱਚ ਇੱਕ ਪੋਲਰਾਈਜ਼ ਸਿਆਸਤ ਦੇ ਉੱਤੇ ਉਤਰੀ ਹੋਈ ਹੈ। ਉਹਨੂੰ ਬਹੁਤ ਸਾਰੇ ਜਿਹੜੇ ਵੋਟਰ ਹੈ
ਉਹ ਆਪਣੇ ਉਹ ਦਿਸਦੇ ਆ। ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਉੱਥੇ ਸਾਡੀ ਆਪਣੀ ਸਿੱਖ ਕੌਮ ਹੈ। ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸਾਹਮਣੇ ਰੱਖ ਕੇ ਦੇਖੋ, ਸਮਝੌਤਾ ਤਾਂ ਪਹਿਲਾਂ ਰਿਹਾ ਇਸ ਨੂੰ ਬੀਜੇਪੀ ਨਾਲ, ਉਹ ਕੋਈ ਵੱਖਰੀ ਗੱਲ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਸ਼ਿਪ ਕੀ ਕਰਦੀ ਹੈ। ਇਹ ਫੈਸਲਾ ਜਿਹੜਾ ਹੈ, ਜਿਹੜੀ ਆਪਣੇ ਲੀਡਰਸ਼ਿਪ ਦੇ ਸਾਡੀ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਮੈਂ ਰੈਪੂਟੇਸ਼ਨ ਕਰਦਿਆਂ ਦੁਬਾਰਾ ਕਹਿ ਦਿਆਂ। ਪਰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨੇ ਕੀਤਾ ਸਾਡੇ ਨਾਲ, ਜੋ ਹੁਣ ਜੇ ਅਸੀਂ ਜਿਸ ਨੂੰ ਆਪਣਾ ਕਿਹਾ, ਉਹ ਆਪਣੇ ਜਿਹੜੇ ਆ ਉਹ ਕੁਝ ਆਪਣਾ ਦਿਖਾਉਣ ਤਾਂ ਸਹੀ ਕਿ ਅਸੀਂ ਉਹਨਾਂ ਨੇ ਪੰਜਾਬ ਦੇ ਵੇਖੋ ਇਹਨਾਂ ਦੀ ਲੀਡਰਸ਼ਿਪ ਦੇ ਕਈ ਬੰਦੇ ਇਹੋ ਜਿਹੇ ਹੌਲੇ ਬਿਆਨ ਦੇ ਜਾਂਦੇ ਆ। ਅਸੀਂ ਕਿਸੇ ਨੇ ਕੋਈ ਸਮਝੌਤੇ ਦੀ ਗੱਲ ਹੀ ਨਹੀਂ ਕੀਤੀ। ਉਹ ਆਣ ਕੇ ਕਹਿਣਗੇ ਜੀ ਅਸੀਂ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਭਾਈ ਤੁਹਾਡੇ ਕੋਲ ਕੋਈ ਜਾ ਕੇ ਚੱਲ ਕੇ ਗਿਆ ਕਿ ਜਿਸ ਨੇ ਮਿਹਨਤ ਕੀਤੀ ਹੋਵੇ ਕਿ ਤੁਸੀਂ ਸਾਡੇ ਨਾਲ ਸਮਝੌਤਾ ਕਰੋ? ਸਮਝੌਤੇ ਦੀਆਂ ਕਿਆਸ ਰਾਈਆਂ ਜਿਹੜੀਆਂ ਨੇ ਉਹ ਟੀਵੀ ਚੈਨਲਾਂ ਦੇ ਉੱਤੇ, ਪ੍ਰਿੰਟ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਰਹਿੰਦੀਆਂ। ਪਹਿਲਾਂ ਤਾਂ ਸਾਡੇ ਜਿਹੜੇ ਕਰੰਟ ਇਸ਼ੂ ਨੇ ਕੌਮ ਦੇ, ਸਾਡਾ ਪੰਜਾਬ ਦਾ ਪਾਣੀ ਲੁੱਟਿਆ ਗਿਆ, ਸਾਡਾ ਇੱਥੇ MSP ਦੀ ਗੱਲ ਹੋਈ, ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਲੜਿਆ, 700-800 ਕਿਸਾਨ ਜਿਹੜਾ ਸ਼ਹੀਦ ਹੋ ਗਿਆ। ਔਰ ਤੁਸੀਂ ਦੇਖੋ ਇੱਥੇ ਕਈ ਮਸਲੇ ਨੇ ਜਿਹੜੇ ਪੰਜਾਬ ਦੇ ਜੋ ਸ਼੍ਰੋਮਣੀ ਅਕਾਲੀ ਦਲ ਜਿਹਦੇ ਲਈ ਸੰਘਰਸ਼ ਕਰਦਾ ਰਿਹਾ, ਉਹਦੇ ਪ੍ਰਤੀ ਸੁਹਿਰਦਤਾ ਤਾਂ ਦਿਖਾਉਣੀ ਪਏਗੀ। ਹੁਣ ਕੀ ਮਜਬੂਰੀ ਹੈ ਮੌਜੂਦਾ ਕੇਂਦਰ ਸਰਕਾਰ ਦੀ? ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਜੇਲ੍ਹਾਂ ਜਿਹੜਾ ਕਾਨੂੰਨ ਅਨੁਸਾਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੀ, ਉਹ ਆਪਣੀਆਂ ਪੂਰੀਆਂ ਕਰ ਚੁੱਕੇ ਨੇ। ਤੁਸੀਂ ਦੇਖੋ ਦੇਸ਼ ਦੀ ਜੇਲ੍ਹ ਦੇ ਵਿੱਚ ਕੋਈ ਇੱਕ ਵੀ ਕੈਦੀ ਦਿਖਾ ਦਿਓ। ਚਾਹ ਰਹੇ ਹੋ ਕਿ ਜਿਹੜੇ ਇਹ ਮੁੱਦੇ ਨੇ ਬੰਦੀ ਸਿੰਘਾਂ ਵਾਲੇ ਜਾਂ ਫਿਰ UCC ਦਾ ਵੀ ਤੁਸੀਂ ਜ਼ਿਕਰ ਕਰ ਦਿੱਤਾ ਕਿ ਇਹਨਾਂ ਦੇ ਉੱਤੇ ਜਦੋਂ ਤੱਕ ਇੱਕ ਰਾਏ ਨਹੀਂ ਬਣਦੀ ਉਸ ਵੇਲੇ ਤੱਕ ਅਲਾਈਅੰਸ ਪੋਸੀਬਲ ਨਹੀਂ ਹੈਗਾ। ਤੁਸੀਂ ਦੇਖੋ ਢੀਂਡਸਾ ਸਾਹਿਬ ਨੇ ਬੜੇ ਸਾਡੇ ਸਤਿਕਾਰਯੋਗ ਨੇ ਜੀ, ਉਹਨਾਂ ਨੂੰ ਪੁੱਛ ਲਿਓ, ਉਹਨਾਂ ਨਾਲ ਇੰਟਰਵਿਊ ਕਰ ਲਿਓ। ਮੈਂ ਜਦੋਂ ਦਿੱਲੀ ਜਾ ਰਹੇ ਸੀ ਸ੍ਰੀ ਅਮਿਤ ਸ਼ਾਹ ਜੀ ਕੋਲੋਂ, ਤੇ ਮੈਂ ਢੀਂਡਸਾ ਸਾਹਿਬ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਜਾਣਾ ਹੈ ਤੇ ਤੁਸੀਂ ਆ ਜਿਹੜੇ ਮਸਲੇ ਆ ਇਹਨਾਂ ਦੇ ਉੱਤੇ ਕੋਈ ਗੱਲ ਕਰੋਗੇ? ਉਹ ਕਹਿੰਦੇ ਜੀ ਇਹਨਾਂ ਦੇ ਉਹ ਅਜੇ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੇ। ਤੇ ਤੁਸੀਂ ਢੀਂਡਸਾ ਸਾਹਿਬ ਦਾ ਦੂਜਾ ਬਿਆਨ ਵੀ ਸੁਣਿਆ ਹੋਵੇਗਾ, ਉਹ ਕਹਿੰਦੇ ਕਿ ਕਮਜ਼ੋਰ ਲੋਕਾਂ ਦੇ ਨਾਲ ਗੱਲ ਨਹੀਂ ਕੀਤੀ ਜਾਂਦੀ। ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੇ ਸਾਡੇ ਵਿੱਚੋਂ ਬਾਹਰ ਗਏ ਨੇ, ਉਹ ਸਾਰੇ ਅੱਜ ਇਕਜੁੱਟ ਹੋਣ, ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਤਾਕਤ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕਰਦੀ ਰਹੀ ਹੈ, ਤੇ ਸਾਨੂੰ ਰਾਜ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਲੋਕ ਜਿਹੜੇ ਆ ਪੰਜਾਬ ਦੇ, ਉਹ ਆਪਣੀ ਪਾਰਟੀ ਨੂੰ ਪਿਆਰ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ, ਪੰਥ ਨੂੰ ਪਿਆਰ ਕਰਦੇ ਆ। ਪੰਜਾਬ ਦੀ ਧਰਤੀ ਦੇ ਉੱਤੇ ਜੋ ਜਾਤੀਆਂ ਪਿਛਲੀ ਸਰਕਾਰਾਂ ਨੇ ਕੀਤੀਆਂ, ਇੰਟਰਸਟਿੰਗ ਹੈ। ਦੇਖੋ ਹਾਂਜੀ, ਤੁਹਾਡੀ ਗੱਲ ਜਿਹੜਾ ਇੰਟਰਸਟਿੰਗ ਹੈ, ਜਿਹੜੇ ਤੁਸੀਂ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਬਣਦੀ ਵਿਗੜ ਸਕਦੀ ਹੈ। ਕੋਈ ਗੱਲ ਚੱਲ ਵੀ ਰਹੀ ਹੈ, ਨਹੀਂ ਚੱਲ ਰਹੀ ਹੈ, ਵੀ ਇੱਕ ਇਸ਼ੂ ਲਾਜ਼ਮੀ ਤੌਰ ਤੇ ਜਿਸ ਦੇ ਉੱਤੇ ਵਿਚਾਰਾਂ ਹੋਣੀਆਂ ਚਾਹੀਦੀਆਂ। ਪਰ ਜਾਖੜ ਤਾਂ ਪ੍ਰਧਾਨ ਬਣ ਚੁੱਕੇ ਨੇ ਪੰਜਾਬ BJP ਦੇ। ਜਾਖੜ ਉਹੀ ਨੇ ਜੋ ਅਕਾਲੀ ਦਲ ਦੇ ਖਿਲਾਫ ਬਹੁਤ ਤਕੜਾ ਸਟੈਂਡ ਲੈਂਦੇ ਸੀ ਜਦੋਂ ਕਾਂਗਰਸ ਦੇ ਵਿੱਚ ਸੀ। ਤਾਂ ਕਿ ਜਾਖੜ ਦੀ ਇਸ ਵਾਲੇ ਪਾਸੇ ਐਂਟਰੀ BJP ਦੇ ਨਾਲ ਨੇੜਤਾ ਜਾਂ BJP ਅਕਾਲੀ ਦਲ ਦੇ ਵਿਚਾਲੇ ਅਲਾਈਅੰਸ ਨੂੰ ਲੈ ਕੇ ਕੋਈ ਅੜਿੱਕਾ ਬਣ ਸਕਦੀ ਹੈ? ਹਾਲਾਂਕਿ ਹਾਈ ਕਮਾਨ ਨੇ ਉਹ ਪੂਰਾ ਫੈਸਲਾ ਕਰਨਾ ਹੈ। ਬਲੀਵਾਲ ਸਾਹਿਬ, ਇੱਥੇ ਇੱਕ ਇਹ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੋਏਗਾ ਕਿ ਮੌਜੂਦਾ ਸਮੇਂ ਦੇ ਵਿੱਚ ਕਿਤੇ ਇਹ ਨਾ ਹੋ ਜਾਵੇ ਕਿ ਇੱਕ ਟੀਮ ਜਾਖੜ ਜਾਂ ਮੈਂ ਕਹਾਂ ਕਿ ਟੀਮ ਕੈਪਟਨ ਵਰਸਸ ਟੀਮ ਪੁਰਾਣੇ BJP ਵਾਲੇ ਪੰਜਾਬ ਦੇ ਵਿੱਚ ਕੋਈ ਅਜਿਹੀ ਸਥਿਤੀ ਨਾ ਹੋ ਜਾਵੇ। ਬਹੁਤ ਮਜ਼ਬੂਤ BJP ਪੰਜਾਬ ਦੇ ਵਿੱਚ 2022 ਦੀਆਂ ਚੋਣਾਂ 'ਚ ਨਜ਼ਰ ਨਹੀਂ ਆਈ, ਤੇ ਇਸ ਵਿਚਾਲੇ ਜਾਖੜ ਦੇ ਸਾਹਮਣੇ ਉਹ ਚੁਣੌਤੀ ਹੋਏਗੀ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਚੁਣੌਤੀ ਹੋਏਗੀ ਕਿ ਉਹ ਕਿਵੇਂ ਕਾਡਰ ਬਣਾਉਣ, ਮਜ਼ਬੂਤ ਕਰਨ, ਪਿੰਡਾਂ ਦੇ ਵਿੱਚ ਪਹੁੰਚਣ, ਉੱਥੇ ਲੋਕਾਂ ਨੂੰ BJP ਨਾਲ ਜੋੜ ਸਕਣ। ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਇਹ ਤਾਂ ਆਉਣ ਵਾਲੇ ਭਵਿੱਖ ਦੇ ਕਰਮ ਦੇ ਵਿੱਚ ਕੀ ਹੋਊਗਾ, ਕਿਉਂਕਿ ਅੱਜ ਤਾਂ ਜਾਖੜ ਸਾਹਿਬ ਨੇ ਪ੍ਰਧਾਨਗੀ ਲਈ ਹੈ। ਅਸੀਂ ਤਾਂ ਸੋਚਿਆ ਸੀ ਕਿ ਅਸੀਂ ਬੋਕ ਦੇ ਸਿੰਘਾਂ ਨੂੰ ਹੱਥ ਪਾਵਾਂਗੇ ਕਿ ਉਹ ਸਰਕਾਰ ਵਾਲੇ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਕਰਦੇ ਸੀਗੇ ਤੇ ਉਹਨਾਂ ਨੂੰ ਕੋਈ ਜਵਾਬ ਦੇਵਾਂਗੇ। ਪਰ ਤੁਸੀਂ ਤਾਂ ਸਾਨੂੰ ਆਪਸ ਦੇ ਵਿੱਚ ਹੀ ਕੋਈ ਚੀਜ਼ਾਂ ਦੇ ਵਿੱਚ ਆ ਕੇ ਉਲਝਣ ਵਾਲਾ ਕੰਮ ਹੋਇਆ ਪਿਆ। ਸੋ ਇਹ ਸਾਰੀਆਂ ਚੀਜ਼ਾਂ ਰਲਿਲ ਸ਼ਰੀਫ ਜੀ ਬੈਠੇ ਨੇ, ਉਹ ਭਲੀ ਭਾਂਤੀ ਜਾਣੂ ਨੇ ਕਿ ਕੀ ਜਵਾਬ ਦੇਣੇ ਆ, ਕੀ ਨਹੀਂ ਦੇਣੇ। ਮੈਂ ਤਾਂ ਕੈਪਟਨ ਸਾਹਿਬ ਦਾ ਇੱਕ ਸਾਥੀ ਆ, ਜਿਹੜਾ ਉਹਨਾਂ ਦੇ ਨਾਲ, ਚਾਹੇ ਉਹ ਕਾਂਗਰਸ ਦੇ ਟਾਈਮ ਸੀ, PLC ਦੇ ਟਾਈਮ ਸੀ, ਤੇ ਹੁਣ ਵੀ ਆ, ਤੇ ਉਹਨਾਂ ਦੇ ਨਾਲ ਰਹਿਣਾ, ਤੇ ਉਹਨਾਂ ਦੇ ਡੇ ਦਾ ਮੀਡੀਆ ਵਗੈਰਾ। ਬਟ ਇਹਨਾਂ ਚੀਜ਼ਾਂ ਦੇ ਉੱਪਰ ਇੱਕ ਪਾਰਟੀ ਦੀ ਪਾਲਿਸੀ ਲਾਈਨ ਹੁੰਦੀ ਹੈ। ਉਹ ਪਾਲਿਸੀ ਲਾਈਨ ਦੇ ਅਕੋਰਡਿੰਗਲੀ ਕੈਪਟਨ ਸਾਹਿਬ ਵੀ ਚੱਲਣਗੇ, ਉਹੀ ਪਾਲਿਸੀ ਲਾਈਨ ਦੇ ਹਿਸਾਬ ਨਾਲ ਜਾਖੜ ਸਾਹਿਬ ਵੀ ਚੱਲਣਗੇ। ਉਸੇ ਪਾਲਿਸੀ ਲਾਈਨ ਦੇ ਨਾਲ ਜਿੰਨੀ BJP ਆ ਉਹ ਕੰਮ ਕਰ ਰਹੀ ਆ ਆਲਰੇਡੀ। ਤੇ ਇਹਨਾਂ ਦਾ ਜਿਹੜਾ ਸਿਸਟਮ ਸੰਗਠਨ ਦਾ ਹੈਗਾ, ਕਿਉਂਕਿ ਸੰਗਠਨ ਮੰਤਰੀ ਬਾਹਰੋਂ ਆਦੇ ਨੇ, ਬਾਕੀ ਅਲੱਗ-ਅਲੱਗ ਚੀਜ਼ਾਂ ਦੇ ਇੰਚਾਰਜ ਲੱਗਦੇ, ਜਿੰਨਾ ਕਿ
ਮੈਂ ਹੁਣ ਇਹਨਾਂ ਦੇ ਨੇੜੇ ਹੋ ਕੇ ਵੇਖਿਆ ਤੇ ਮੈਨੂੰ ਚੀਜ਼ਾਂ ਦੇਖਣ ਨੂੰ ਮਿਲੀਆਂ, ਉਹ ਅਲੱਗ ਸੈਟਅਪ ਹੈ ਤੇ ਉਹ ਅਲੱਗ ਸੈਟਅਪ ਦੇ ਵਿੱਚ ਸਭ ਤੋਂ ਜ਼ਿਆਦਾ ਬੈਟਰ ਸਰੀਨ ਸਾਹਿਬ ਨੂੰ ਪਤਾ ਹੈ ਕਿ ਉਹ ਕਿਵੇਂ ਵਰਕਆਊਟ ਹੋਊਗਾ। ਤੇ ਜਾਖੜ ਸਾਹਿਬ ਮੈਨੂੰ ਉਮੀਦ ਹੈ ਕਿਉਂਕਿ ਇੱਕ ਐਕਸਪੀਰੀਅੰਸਡ ਆਦਮੀ ਹੈ, ਕਈ ਚੀਜ਼ਾਂ ਨੇ, ਇੱਕ ਦੂਸਰੀ ਪਾਰਟੀ ਨੂੰ ਵੀ ਚਲਾਇਆ ਉਹਨਾਂ ਨੇ, CNP ਵੀ ਰਹੇ ਨੇ, ਮਜਬੂਤ ਲੀਡਰ ਨੇ, ਜਾਟ ਲੀਡਰ ਦੇ, ਜੱਟਾਂ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਪੂਰਾ ਹੈ, ਚਾਹੇ ਉਹ ਜੱਟ ਸਿੱਖ ਨੇ ਤੇ ਚਾਹੇ ਜਾਟ ਸਿੱਖ ਨੇ, ਉਹ ਸਾਰੇ ਪਾਸੇ। ਇਵਨ ਰਾਜਸਥਾਨ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਹੈ, ਹਰਿਆਣਾ ਦੇ ਵਿੱਚ ਵੀ ਹੈ, UP ਦੇ ਵਿੱਚ ਵੀ। ਇੱਕ ਲਾਰਜਰ ਸਾਰੀਆਂ ਗੱਲਾਂ ਹੈਗੀਆਂ। ਸਾਹਿਬ ਦੇਖੋ ਗੱਲ ਪਤਾ ਕੀ ਹੈ ਕਿ ਤੁਸੀਂ ਇਕੱਠੇ ਹੋ ਕੇ ਵਿਰੋਧੀਆਂ ਨੂੰ ਘੇਰਨਾ, ਉਸ ਤੋਂ ਪਹਿਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ, ਖਾਸ ਤੌਰ ਤੇ ਜਿਹੜੇ ਬੀਜੇਪੀ ਦੇ ਵਰਕਰ ਨੇ, ਜਿਹੜੇ ਜਾਖੜ ਦੇ ਸਪੋਰਟਰ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਹੋਏਗਾ ਕਿ ਆਪਸ ਦੇ ਵਿੱਚ ਕੋਈ ਟਸਲ ਵਰਗੀ ਗੱਲ ਨਾ ਹੋ ਜਾਏ। ਇਸ ਕਰਕੇ ਸਵਾਲ ਪੁੱਛਣੇ ਲਾਜ਼ਮੀ ਨੇ। ਇਸ ਕਰਕੇ ਅਸੀਂ ਅੱਜ ਤੁਹਾਨੂੰ ਸੱਦਿਆ ਵੀ ਤੇ ਮੈਂ ਸਵਾਲ ਕਰ ਵੀ ਰਿਹਾ ਕਿ ਕੋਈ ਗੱਲ ਨਹੀਂ, ਜਦੋਂ ਹੁਣ ਜਿਸ ਦਿਨ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਨਾਲ ਬੈਠੇ ਹੋਣਗੇ ਉਸ ਤਰੀਕੇ ਦੇ ਸਵਾਲ ਵੀ ਹੋਣਗੇ। ਤਾਂ ਅੱਜ ਤੁਸੀਂ ਦੋਵੇਂ ਹੋ, ਇਸ ਕਰਕੇ ਮੈਂ ਸਵਾਲ ਵੀ ਪੁੱਛ ਰਿਹਾ ਕਿ ਵਰਸਸ ਵਾਲੀ ਦੋਵਾਂ ਦੇ ਵਿਚਾਲੇ ਨਾ ਕੋਈ ਗੱਲ ਹੋ ਜਾਵੇ। ਮੈਂ ਕਿਹਾ ਵਰਸਸ ਵਾਲੀ, ਮੈਂ ਤਾਂ ਕਹੀ ਜਾਂਦਾ ਕਿ ਸਾਡੇ ਵੱਡੇ ਭਰਾ ਨੇ। ਵਰਸਸ ਵਾਲੀ ਗੱਲ ਤਾਂ ਹੋਵੇ ਜਿਸ ਚੀਜ਼ ਤੇ ਉਹ ਕੁਰਸੀ ਤੇ ਬੈਠੇ ਨੇ, ਮੌਜੂਦਾ ਚੀਫ ਸਪੋਕਸਪਰਸਨ ਆਫ BJP ਨੇ ਉਹ, ਤੇ ਉਸ ਚੀਜ਼ ਦਾ ਜਵਾਬ ਉਹੀ ਦੇ ਸਕਦੇ ਆ। ਮੈਂ ਉਧਰੋਂ ਦਾ ਜਵਾਬ ਲਵਾਂਗਾ, ਉਹਨਾਂ ਤੋਂ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰ ਰਿਹਾ ਬਾਰ-ਬਾਰ। ਕਰਕੇ ਅਗਰ ਤੁਸੀਂ ਉਹ ਕਹੋ ਕਿ ਇੱਕ ਪਿਕਚਰਾਈਜੇਸ਼ਨ ਵੈਸੀ ਹੋ ਜੇ, ਤੇ ਅੱਜ ਪਹਿਲਾ ਦਿਨ ਜਾਖੜ ਸਾਹਿਬ ਦਾ, ਤੇ ਅਸੀਂ ਆਪਸ ਵਿੱਚ ਦੋਵੇਂ ਭਰਾਵਾਂ ਦੇ ਸਿੰਘ ਫਸਾਉਣ ਲੱਗੇ ਹੋਇਆ। ਅਸੀਂ ਬਹੁਤ ਚੰਗੇ ਭਰਾ ਹਾਂ। ਮੈਂ ਸਿੰਘ ਨਹੀਂ ਫਸਾ ਰਿਹਾ। ਦੇਖੋ ਇੰਟਰਸਟਿੰਗ ਪਤਾ ਕੀ ਹੈ ਕਿ ਗੱਲ ਇਹੀ ਹੋ ਰਹੀ ਹੁੰਦੀ ਹੈ, ਇਸੇ ਪੁਆਇੰਟ ਦੇ ਉੱਤੇ ਚਰਚਾ ਹੋ ਰਹੀ ਹੁੰਦੀ ਹੈ। ਅੱਜ ਜੇ BJP ਦੇ ਵਰਕਰ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਜਾਂ ਫਿਰ ਕਿਸੇ ਸ਼ਹਿਰ, ਕਸਬੇ, ਪਿੰਡ ਦੇ ਵਿੱਚ ਬੈਠ ਕੇ ਆਪਾਂ ਸਾਰਿਆਂ ਨੂੰ ਸੁਣ ਰਹੇ ਹੋਣਗੇ, ਤਾਂ ਉਹਨਾਂ ਦੇ ਵੀ ਜ਼ਿਹਨ ਦੇ ਵਿੱਚ ਇਹੀ ਗੱਲ ਹੋਏਗੀ ਕਿ ਕਿਤੇ ਇਹ ਨਾ ਹੋਵੇ ਕਿ ਉਹਨਾਂ ਦੀ ਟੀਮ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅਰੁਣ ਨਾਰੰਗ ਦੀ ਨਾਰਾਜ਼ਗੀ ਦੀ ਵੀ ਵਜ੍ਹਾ ਇਹੀ ਹੋ ਸਕਦੀ ਹੈ ਨਾ। ਇਸ ਕਰਕੇ ਮੈਂ ਪੁੱਛ ਰਿਹਾ, ਮੈਂ ਸਰੀਨ ਸਾਹਿਬ ਦਾ ਰੁਖ ਕਰ ਲੈਣਾ। ਸਰੀਨ ਸਾਹਿਬ, ਮੈਂ BJP ਦੇ ਵਰਕਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵਾਰ-ਵਾਰ ਸਵਾਲ ਪੁੱਛ ਰਿਹਾ ਕਿ ਅੱਜ ਜਿਹੜੇ ਪੰਜਾਬ BJP ਦੇ ਵਰਕਰ ਨੇ ਜਾਂ ਲੀਡਰ ਨੇ ਜਿਹੜੇ ਸੁਣ ਰਹੇ ਹੋਣਗੇ, ਉਹ ਚਾਹ ਰਹੇ ਹੋਣਗੇ ਕਿ ਆਹ ਸਵਾਲ ਵੀ ਪੁੱਛੋ। ਸਵਾਲ ਇਹ ਹੈ ਕਿ ਕਿਤੇ ਹਾਈਜੈਕ ਤਾਂ ਨਹੀਂ ਹੋ ਜਾਏਗਾ ਜਿਹੜੇ ਕਾਂਗਰਸੀ BJP ਦੇ ਵਿੱਚ ਸ਼ਾਮਲ ਹੋਏ, ਪੰਜਾਬ BJP ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਪਹੁੰਚ ਗਏ, ਕਿ ਉਹ ਪੁਰਾਣੇ ਵਾਲੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਔਖਾ ਟਾਈਮ ਕੱਟਿਆ, ਉਹ ਸੋਚ ਰਹੇ ਹੋਣਗੇ ਕਿ ਹੁਣ ਸਾਡੇ ਪੱਲੇ ਤਾਂ ਕੁਝ ਨਹੀਂ ਆਣਾ, ਇਹ ਸਾਡੇ ਜ਼ਿਲ੍ਹੇ ਦੇ ਵਿੱਚੋਂ ਜਾਖੜ ਸਾਹਿਬ ਨੇ, ਫਲਾਣੇ ਜ਼ਿਲ੍ਹੇ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੈਗੇ ਨੇ, ਫਲਾਣੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਆਗੂ ਹੈ ਜਿਹੜਾ BJP 'ਚ ਸ਼ਾਮਲ ਹੋਇਆ, ਸਾਡਾ ਨੰਬਰ ਤਾਂ ਨਹੀਂ ਲੱਗਣਾ। ਨਹੀਂ, ਐਸਾ ਕੁਝ ਨਹੀਂ ਹੈ। ਮੈਂ ਜਿਵੇਂ ਪਹਿਲਾਂ ਕਿਹਾ ਕਿ BJP ਦਾ ਵਰਕਿੰਗ ਸਟਾਈਲ ਬਾਕੀ ਪੋਲੀਟੀਕਲ ਪਾਰਟੀਆਂ ਦੇ ਵਰਕਿੰਗ ਸਟਾਈਲ ਤੋਂ ਬਿਲਕੁਲ ਡਿਫਰੈਂਟ ਹੈਗਾ। ਸਾਡੇ ਅਲੱਗ-ਅਲੱਗ ਜ਼ਿੰਮੇਵਾਰੀਆਂ, ਅਲੱਗ-ਅਲੱਗ ਕਾਰਜਕਰਤਾ ਦੇ ਜ਼ਿੰਮੇ ਲੱਗਦੀਆਂ ਨੇ। ਦੂਜੀਆਂ ਪਾਰਟੀਆਂ ਤੇ ਉਹਦੇ ਮਿਲਦੇ ਆ ਨਾ, ਸਾਡੇ ਜ਼ਿੰਮੇਵਾਰੀਆਂ ਕਹਿੰਦੇ ਨੇ ਉਹਨੂੰ। ਸੋ ਅਸੀਂ ਅਲੱਗ-ਅਲੱਗ ਭੂਮਿਕਾ ਦੇ ਵਿੱਚ ਅਲੱਗ-ਅਲੱਗ ਜ਼ਿੰਮੇਵਾਰੀਆਂ ਸਾਰੇ ਨਿਭਾਉਣਾ ਸਿੱਖੇ ਹੋਏ ਆ। ਔਰ ਜਦੋਂ ਮੈਂ ਕਿਹਾ ਕਿ ਇਹ ਜਿਹੜਾ ਤੁਹਾਡੇ ਮਨ 'ਚ ਵਹਿਮ ਹੈਗਾ ਕਿ ਪਤਾ ਨਹੀਂ ਉਹ ਨਿਊ ਵਰਸਸ 올ਡ ਦਾ, ਇਹ ਭਾਰਤੀ ਜਨਤਾ ਪਾਰਟੀ 'ਚ ਨਹੀਂ ਹੁੰਦਾ ਹੈਗਾ। ਜਿਹੜਾ ਪਰਿਵਾਰ ਦਾ ਮੈਂਬਰ ਬਣ ਗਿਆ, ਕੁਝ ਹੁਣ ਕਾਰਜਕਰਤਾ ਦੇ ਵਿੱਚ ਹੀ ਹੋਏਗਾ। ਹੁਣ ਸਾਡੇ ਵਰਗੇ 1980 ਤੋਂ ਲੱਗੇ ਹੋਏ ਨੇ, ਕੁਝ 90 ਚ ਆਏ ਹੋਣਗੇ, ਕੁਝ 2000 ਚ ਆਏ ਹੋਣਗੇ, ਕੋਈ 2010 ਚ ਆਏ ਹੋਣਗੇ, ਕੋਈ 2020 ਚ ਆਹੀ ਗੱਲ ਪੁੱਛ ਰਿਹਾ ਸੀ ਬਸ ਮੈਂ। ਨਹੀਂ ਆਹੀ ਗੱਲ ਪੁੱਛ ਰਿਹਾ ਸੀ ਜਿਹੜੀ ਤੁਸੀਂ ਕਹਿ ਦਿੱਤੀ ਨਾ ਕਿ 1980 ਤੋਂ ਲੱਗਿਆ ਹੋਇਆ। ਬਸ ਇਹੀ ਤੁਹਾਡੇ ਵਰਕਰ ਵੀ ਬਹੁਤ ਸਾਰੇ ਸ਼ਾਇਦ ਸੋਚ ਨਾ ਰਹੇ ਹੁਣ, ਬਸ ਪੁਆਇੰਟ ਇਹੀ ਸੀ। ਨਾ ਗੌਰਵ, ਇੱਕ ਗੱਲ ਸਮਝ, ਡੋਨਟ ਟੇਕ ਇਟ ਅਦਰ ਵੇ। ਮੈਂ ਕੀ ਕਹਿ ਰਿਹਾ, ਅਸੀਂ ਸਾਰੇ ਹੁਣ ਜੇ ਅਸੀਂ ਕਹੀਏ ਕਿ ਆਈ ਐਮ ਬਿਟ 올ਡਰ ਦੈਨ ਦ ਅਦਰਸ, ਤੇ ਮੇਰੇ ਉਹਨਾਂ 'ਚ ਕੋਈ ਫਰਕ ਆ ਗਿਆ, ਐਸਾ ਬਿਲਕੁਲ ਨਹੀਂ ਹੈਗਾ। ਅਸੀਂ ਸਾਰੇ ਮੂਲ ਰੂਪ ਦੇ ਵਿੱਚ ਇੱਕ ਕਾਰਜਕਰਤਾ ਦੇ ਨਾਤੇ ਜ਼ਿੰਮੇਵਾਰੀਆਂ ਨਿਭਾਉਂਦੇ ਆ। ਡੋਨਟ ਟੇਕ ਇਟ ਅਦਰ ਵੇ ਕਿ ਮੈਂ ਜੇ ਆਪਣਾ ਕਹਤਾ ਕਿ ਮੈਂ 1980 ਤੋਂ ਲੱਗਿਆ ਤੇ ਤੁਹਾਨੂੰ ਤੁਸੀਂ ਦੂਜੇ ਪਾਸੇ ਲੈ ਜਾਓ। ਡੋਨਟ ਟੇਕ ਇਟ ਦੈਟ ਵੇ। ਮੇਰਾ ਸਿਰਫ ਇਹ ਕਹਿਣਾ ਹੈਗਾ ਕਿ ਜਦੋਂ ਪਾਰਟੀ ਦਾ ਕਾਰਜਕਰਤਾ ਬਣ ਗਿਆ, ਉਹ ਕਿੰਨੇ ਚਿਰ ਤੋਂ ਲੱਗਿਆ ਹੋਇਆ, ਕਿੰਨੇ ਚਿਰ ਤੋਂ ਨਹੀਂ ਲੱਗਿਆ ਹੋਇਆ, ਇਹ ਇਮੈਟੀਰੀਅਲ ਹੈ। ਠੀਕ ਹੈ, ਉਹ ਕੰਮ ਕਿਸ ਤਰ੍ਹਾਂ ਕਰਦਾ ਹੈ, ਉਹਦੀ ਯੋਗਤਾ ਕੀ ਹੈ, ਔਰ ਜਿਹੜਾ ਸੁਭਾਵਿਕ ਹੈ ਕਿ ਜਿਹੜਾ ਅੱਛੇ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਏਗਾ ਉਹਨੂੰ ਅੱਗੇ ਨਿਕਲੇਗਾ। ਇਹ ਚੀਜ਼ ਤਾਂ ਇੱਕ ਸੰਗਠਨ ਦਾ ਨਿਯਮ ਹੈਗਾ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਕਨਕਲੂਡ ਕਰਨਾ ਹੈ। ਠੀਕ, ਤੁਸੀਂ ਕਹੋ ਜੀ। ਕਿਸੇ ਵੀ ਤਰ੍ਹਾਂ ਦਾ ਨਵੇਂ ਪੁਰਾਣੇ ਦਾ ਕੋਈ ਇਸ਼ੂ ਨਹੀਂਗਾ। ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਦੇ ਵਿੱਚ। ਚਲੋ ਸਰੀਨ ਸਾਹਿਬ, ਮੈਂ ਦੇਖੋ ਤੁਸੀਂ ਆਪਣੇ ਜਿਹੜੇ ਵਰਕਰ ਨੇ ਨਾ ਉਹਨਾਂ ਨੂੰ ਇੱਕ ਕਲੀਅਰ ਪਿਕਚਰ ਦੱਸ ਦਿਓ। ਤੁਸੀਂ ਚੀਫ ਸਪੋਕਸਪਰਸਨ ਹੋ BJP ਦੇ, ਪੰਜਾਬ BJP ਦੇ ਬਹੁਤ ਸਾਰੇ ਵਰਕਰ ਤੁਹਾਨੂੰ ਸੁਣ ਰਹੇ ਹੋਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜੇਕਰ ਕੋਈ ਨਿਰਾਸ਼ ਹੈ, ਜੇਕਰ ਕਿਸੇ ਦੇ ਕੋਈ ਦਿਲ ਦੇ ਵਿੱਚ ਗੱਲ ਆ ਰਹੀ ਹੈ, ਤਾਂ ਸਰੀਨ ਸਾਹਿਬ ਤੋਂ ਜਾਣਨਾ ਚਾਹੁੰਦੇ ਨੇ ਕਿ ਉਹ ਕੀ ਸੋਚਣ, ਕੀ ਸਮਝਣ। ਗੌਰਵ ਜੀ, ਪਹਿਲੀ ਗੱਲ ਮੈਂ ਬਿਲਕੁਲ ਕਲੀਅਰ ਕਰ ਦਿਆਂ, ਕਿਸੇ ਤਰ੍ਹਾਂ ਦੀ ਨਿਰਾਸ਼ਾ ਜਾਂ ਚਿੰਤਾ ਜਾਂ ਪ੍ਰਸ਼ਨ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਕਾਰਜਕਰਤਾ ਦੇ ਵਿੱਚ ਉੱਠਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਠੀਕ ਹੈ, ਕਿਉਂ? ਅਸੀਂ ਇੱਕ ਡਿਸਪਲਿਨਡ ਪਾਰਟੀ ਹੈਗੇ ਆ, ਔਰ ਕੇਂਦਰ ਨੇ ਜੋ ਵੀ ਨਿਰਣਾ ਕੀਤਾ ਸੋਚ ਸਮਝ ਕੇ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਆ।
ਜਾਖੜ ਸਾਹਿਬ ਨੂੰ ਵਧਾਈ ਦਿੰਦੇ ਆ ਔਰ ਸਾਰੇ ਬੀਜੇਪੀ ਦੇ ਕਾਰਜਕਰਤਾ ਉਹਨਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ठीक है चलो सर, मेरे को समय खत्म हो गया, पर मैं प्रोफेसर साहब का एक बहुत छोटा जिहा कमेंट चाहना है सर, मैं 20 सेकंड ही दे पाऊंगा। ਤੁਸੀਂ ਪੂਰਾ ਕੁਝ ਸੁਣਿਆ, ਤੁਹਾਡਾ फाइनल कमेंट। देखो जी, ऐसा होता है, मनुष्य के अंदर, हर आदमी के अंदर कुछ नेचुरल इंस्टिंक्ट होती हैं, प्रवृत्तियां होती हैं जी। अब अगर तरीन साहब ये कहें जी बीजेपी के सारे लोग उनसे ऊपर उठ गए, मोह माया से ही ऊपर उठ गए, इतने डिसिप्लिन है, इनको कोई फर्क नहीं पड़ता।